ਵਹੁਟੀ ਨੇ ਡੋਲੀ ਸਮੇਂ ਵਿਆਹ ਨੂੰ ਨਾਂਹ ਕਰ ਦਿੱਤੀ। ਇਹ ਕਹਾਣੀ ਤੁਹਾਨੂੰ ਸੋਚਣ ਲਈ ਮਜਬੂਰ ਕਰ ਦੇਵੇਗੀ। ਵਿਆਹ ਤੋਂ ਬਾਅਦ ਡੋਲੀ ਤੁਰਨ ਦਾ ਸਮਾਂ ਸੀ। ਪੂਜਾ ਆਪਣੀ ਮਾਂ ਨੂੰ ਮਿਲਣ ਤੋਂ ਬਾਅਦ ਆਪਣੇ ਪਿਓ ਨਾਲ ਲਿਪਟ ਕੇ ਰੋ ਰਹੀ ਸੀ। ਉੱਥੇ ਮੌਜੂਦ ਸਾਰੇ ਲੋਕਾਂ ਦੀਆਂ ਅੱਖਾਂ ਵਿੱਚ ਅੱਥਰੂ ਸਨ। ਪੂਜਾ ਨੇ ਘੁੰਡ ਕੱਢਿਆ ਹੋਇਆ ਸੀ। ਉਹ ਆਪਣੇ ਛੋਟੇ ਭਰਾ ਦੇ ਨਾਲ ਫੁੱਲਾਂ ਨਾਲ ਸਜਾਈ ਹੋਈ ਗੱਡੀ ਦੇ ਨੇੜੇ ਆ ਗਈ। ਲਾੜਾ ਰਾਹੁਲ ਆਪਣੇ ਖਾਸ ਦੋਸਤ ਨਰੇਸ਼ ਨਾਲ ਗੱਲਾਂ ਕਰ ਰਿਹਾ ਸੀ। ਨਰੇਸ਼ ਨੇ ਕਿਹਾ, ਯਾਰ ਰਾਹੁਲ, ਸਭ ਤੋਂ ਪਹਿਲਾਂ ਘਰ ਪਹੁੰਚਦੇ ਹੀ ਹੋਟਲ ਵਿੱਚ ਜਾ ਕੇ ਵਧੀਆ ਜਿਹਾ ਖਾਣਾ ਖਾਵਾਂਗੇ। ਇੱਥੇ ਤੇਰੇ ਸਹੁਰਿਆਂ ਦੇ ਖਾਣ ਦਾ ਮਜ਼ਾ ਹੀ ਨਹੀਂ ਆਇਆ। ਉਦੋਂ ਹੀ ਕੋਲ ਖੜੇ ਨਰੇਸ਼ ਦਾ ਛੋਟਾ ਭਰਾ ਸੁਰੇਸ਼ ਬੋਲਿਆ, ਹਾਂ ਯਾਰ, ਸਬਜ਼ੀਆਂ ਜਮਾਂ ਹੀ ਸਵਾਦ ਨਹੀਂ ਸੀ। ਚਿਕਨ ਵੀ ਕੱਚਾ ਹੀ ਸੀ ਤੇ ਪਨੀਰ ਵੀ ਠੀਕ ਠੀਕ ਹੀ ਸੀ। ਗਜਰੇਲੇ ਵਿੱਚ ਗਾਜਰਾਂ ਹੀ ਸੀ, ਖੋਇਆ ਤਾਂ ਪਾਇਆ ਹੀ ਨਹੀਂ ਸੀ ਤੇ ਨਾ ਹੀ ਕਾਜੂ ਬਦਾਮ ਪਾਏ ਸੀ ਤੇ ਸਾਰਾ ਖਾਣਾ ਠੰਡਾ ਹੀ ਹੋਇਆ ਪਿਆ ਸੀ। ਇਹ ਕਹਿ ਕੇ ਜ਼ੋਰ-ਜ਼ੋਰ ਕੇ ਹੱਸਣ ਲੱਗੇ। ਇਸ ਤੇ ਰਾਹੁਲ ਨੇ ਕਿਹਾ, ਹਾਂ ਯਾਰ ਠੀਕ ਹੈ, ਤੁਸੀਂ ਜਿੱਥੇ ਕਹੋਗੇ ਉੱਥੇ ਚਲੇ ਜਾਵਾਂਗੇ। ਜੋ ਖਾਣਾ ਹੈ ਖਾ ਲੈਣਾ। ਮੈਨੂੰ ਵੀ ਖਾਣਾ ਠੀਕ ਨਹੀਂ ਸੀ ਲੱਗਿਆ। ਆਪਣੇ ਘਰ ਵਾਲੇ ਦੇ ਮੂੰਹੋਂ ਇਹ ਸੁਣਦੇ ਹੀ ਪੂਜਾ, ਜੋ ਘੁੰਡ ਕੱਢੀ ਫੁੱਲਾਂ ਨਾਲ ਸਜਾਈ ਹੋਈ ਗੱਡੀ ਵਿੱਚ ਬੈਠਣ ਜਾ ਰਹੀ ਸੀ, ਵਾਪਸ ਮੁੜੀ। ਗੱਡੀ ਦੀ ਟਾਕੀ ਨੂੰ ਜ਼ੋਰ ਦੀ ਬੰਦ ਕੀਤਾ ਤੇ ਘੁੰਡ ਚੱਕ ਕੇ ਆਪਣੇ ਪਿਓ ਕੋਲ ਪਹੁੰਚੀ। ਆਪਣੇ ਪਿਓ ਦਾ ਹੱਥ ਆਪਣੇ ਹੱਥਾਂ ਵਿੱਚ ਲਿਆ ਤੇ ਕਿਹਾ, ਮੈਂ ਸਹੁਰੇ ਘਰ ਨਹੀਂ ਜਾਣਾ ਪਾਪਾ ਜੀ, ਮੈਨੂੰ ਇਹ ਵਿਆਹ ਮਨਜ਼ੂਰ ਨਹੀਂ। ਇਹ ਸੁਣ ਕੇ ਉੱਥੇ ਸਾਰੇ ਖੜੇ ਲੋਕ ਹੱਕੇ ਬੱਕੇ ਰਹਿ ਗਏ। ਸਾਰੇ ਹੀ ਨੇੜੇ ਨੂੰ ਆ ਗਏ। ਪੂਜਾ ਦੇ ਸਹੁਰੇ ਪਰਿਵਾਰ ਤੇ ਜਿਵੇਂ ਪਹਾੜ ਹੀ ਟੁੱਟ ਪਿਆ ਸੀ। ਮਾਮਲਾ ਕੀ ਹੈ, ਕਿਸੇ ਦੀ ਕੁਝ ਵੀ ਸਮਝ ਵਿੱਚ ਨਹੀਂ ਸੀ ਆਇਆ। ਉਦੋਂ ਹੀ ਪੂਜਾ ਦੇ ਸਹੁਰੇ ਨੇ ਅੱਗੇ ਹੋ ਕੇ ਪੂਜਾ ਨੂੰ ਪੁੱਛਿਆ, ਬੇਟੀ ਕੀ ਗੱਲ ਹੋ ਗਈ? ਵਿਆਹ ਤਾਂ ਹੋ ਗਿਆ ਹੈ, ਬਸ ਡੋਲੀ ਤੁਰਨੀ ਹੀ ਬਾਕੀ ਹੈ। ਵਧਾਈ ਦਾ ਸਮਾਂ ਹੋਇਆ ਪਿਆ ਹੈ। ਅਚਾਨਕ ਇਹੋ ਜਿਹਾ ਕੀ ਹੋਇਆ ਕਿ ਤੂੰ ਵਿਆਹ ਨੂੰ ਨਾ ਕਰ ਰਹੀ ਹੈ? ਰਾਹੁਲ ਹੈਰਾਨ ਪਰੇਸ਼ਾਨ ਹੁੰਦਾ ਹੋਇਆ ਪੂਜਾ ਕੋਲ ਆਇਆ। ਉਸਦੇ ਨਾਲ ਉਸਦੇ ਦੋਸਤ ਵੀ ਸੀ। ਸਾਰੇ ਲੋਕ ਇਹ ਜਾਣਨਾ ਚਾਹੁੰਦੇ ਸੀ ਕਿ ਆਖਿਰ ਐਨ ਟਾਈਮ ਤੇ ਜਦੋਂ ਡੋਲੀ ਤੁਰਨ ਵਾਲੀ ਸੀ, ਵਹੁਟੀ ਸਹੁਰੇ ਜਾਣ ਤੋਂ ਨਾ ਕਿਉਂ ਕਰ ਰਹੀ ਹੈ? ਪੂਜਾ ਨੇ ਆਪਣੇ ਪਿਓ ਦਾ ਹੱਥ ਫੜਿਆ ਹੋਇਆ ਸੀ। ਪੂਜਾ ਨੇ ਆਪਣੇ ਸਹੁਰੇ ਨੂੰ ਕਿਹਾ, ਪਾਪਾ ਜੀ, ਮੇਰੇ ਮਾਤਾ ਪਿਤਾ ਨੇ ਆਪਣੇ ਸੁਪਨਿਆਂ ਨੂੰ ਮਾਰ ਕੇ ਸਾਨੂੰ ਪੜ੍ਹਾਇਆ ਲਿਖਾਇਆ ਹੈ ਤੇ ਇਸ ਕਾਬਲ ਬਣਾਇਆ ਹੈ। ਤੁਸੀਂ ਜਾਣਦੇ ਹੀ ਹੋ, ਇੱਕ ਪਿਓ ਦੇ ਲਈ ਬੇਟੀ ਕੀ ਮਾਇਨੇ ਰੱਖਦੀ ਹੈ। ਤੁਸੀਂ ਤੇ ਤੁਹਾਡਾ ਬੇਟਾ ਨਹੀਂ ਜਾਣ ਸਕਦੇ ਕਿਉਂਕਿ ਤੁਹਾਡੀ ਕੋਈ ਆਪਣੀ ਧੀ ਨਹੀਂ ਹੈ। ਪੂਜਾ ਰੋਂਦੇ ਰੋਂਦੇ ਹੀ ਬੋਲੀ ਜਾ ਰਹੀ ਸੀ, ਤੁਸੀਂ ਜਾਣਦੇ ਹੋ, ਮੇਰੇ ਵਿਆਹ ਦੇ ਲਈ ਬਰਾਤੀਆਂ ਦੀ ਸੇਵਾ ਵਿੱਚ ਕੋਈ ਕਮੀ ਨਾ ਰਹਿ ਜਾਏ, ਇਸ ਲਈ ਮੇਰੇ ਪਾਪਾ ਨੇ ਪਿਛਲੇ 1 ਸਾਲ ਤੋਂ ਰਾਤਾਂ ਨੂੰ ਜਾਗ ਜਾਗ ਕੇ ਮੇਰੀ ਮਾਂ ਨਾਲ ਸਲਾਹ ਮਸ਼ਵਰਾ ਕਰਦੇ ਰਹਿੰਦੇ ਸੀ। ਖਾਣੇ ਵਿੱਚ ਕੀ ਬਣੇਗਾ, ਹਲਵਾਈ ਕਿਹੜਾ ਹੋਵੇਗਾ। ਪਿਛਲੇ 1 ਸਾਲ ਤੋਂ ਮੇਰੀ ਮਾਂ ਨੇ ਕੋਈ ਨਵਾਂ ਸੂਟ ਨਹੀਂ ਖਰੀਦਿਆ ਕਿਉਂਕਿ ਉਹ ਚਾਹੁੰਦੀ ਸੀ ਕਿ ਜੋ ਵੀ ਪੈਸੇ ਬਚਣ ਮੈਂ ਆਪਣੀ ਧੀ ਦੇ ਵਿਆਹ 'ਤੇ ਖਰਚ ਕਰਾਂ ਤੇ ਕੋਈ ਕਸਰ ਨਾ ਰਹਿ ਜਾਏ। ਦੁਨੀਆ ਨੂੰ ਦਿਖਾਉਣ ਦੇ ਲਈ ਆਪਣੀ ਭੈਣ ਦਾ ਸੂਟ ਪਾ ਕੇ ਮੇਰੀ ਮਾਂ ਖੜੀ ਹੋਈ ਹੈ। ਮੇਰੇ ਪਾਪਾ ਜੀ 300 ਰੁਪਏ ਵਾਲੀ ਕਮੀਜ਼ ਪਾਈ ਖੜੇ ਹਨ। ਮੇਰੇ ਮਾਂ-ਪਿਓ ਨੇ ਆਪਣੇ ਸੁਪਨਿਆਂ ਨੂੰ ਕਿੰਨਾ ਮਾਰਿਆ ਹੋਏਗਾ। ਨਾ ਹੀ ਆਪ ਕੁਝ ਖਾਧਾ ਤੇ ਨਾ ਹੀ ਕੁਝ ਪੀਤਾ। ਬਸ ਇੱਕੋ ਹੀ ਇੱਛਾ ਸੀ ਕਿ ਮੇਰੀ ਧੀ ਦੇ ਵਿਆਹ 'ਤੇ ਕੋਈ ਕਮੀ ਨਾ ਰਹਿ ਜਾਏ। ਤੁਹਾਡੇ ਪੁੱਤਰ ਨੂੰ ਸਬਜ਼ੀ ਪਸੰਦ ਨਹੀਂ ਆਈ ਤੇ ਰੋਟੀਆਂ ਵੀ ਠੰਡੀਆਂ ਲੱਗੀਆਂ। ਉਸਦੇ ਦੋਸਤਾਂ ਨੂੰ ਪਨੀਰ ਤੇ ਚਿਕਨ ਠੀਕ ਨਹੀਂ ਲੱਗਾ। ਗਜਰੇਲੇ ਵਿੱਚ ਖੋਆ ਨਹੀਂ ਮਿਲਿਆ ਤੇ ਕਿਸੇ ਨੂੰ ਕਾਜੂ ਬਦਾਮ ਨਹੀਂ ਮਿਲੇ। ਇੰਨਾ ਖਿੜ-ਖਿੜ ਕੇ ਹੱਸਣਾ ਮੇਰੇ ਪਿਓ ਦੀ ਇੱਜ਼ਤ ਉਛਾਲਣ ਦੇ ਸਮਾਨ ਹੈ। ਪੂਜਾ ਹੌਂਕੇ ਲੈ ਕੇ ਰੋਣ ਲੱਗੀ। ਪੂਜਾ ਦੇ ਪਿਓ ਨੇ ਰੋਂਦੇ ਹੋਏ ਕਿਹਾ, ਪਰ ਬੇਟਾ, ਇੰਨੀ ਛੋਟੀ ਜਿਹੀ ਗੱਲ। ਪੂਜਾ ਨੇ ਆਪਣੇ ਪਿਓ ਦੀ ਗੱਲ ਵਿੱਚੇ ਹੀ ਕੱਟ ਦਿੱਤੀ। ਨਹੀਂ ਪਿਤਾ ਜੀ, ਇਹ ਕੋਈ ਛੋਟੀ ਗੱਲ ਨਹੀਂ ਹੈ। ਮੇਰੇ ਘਰ ਵਾਲੇ ਨੂੰ ਮੇਰੇ ਪਿਓ ਦੀ ਇੱਜ਼ਤ ਨਹੀਂ ਹੈ। ਖਾਣਾ ਪੀਣਾ ਕੀ ਤੁਸੀਂ ਬਣਾਇਆ ਸੀ?
ਗਜਰੇਲਾ, ਪਨੀਰ, ਚਿਕਨ ਇਹ ਸਾਰਾ ਕੁਝ ਹਲਵਾਈਆਂ ਦਾ ਕੰਮ ਹੈ। ਤੁਸੀਂ ਦਿਲ ਖੋਲ੍ਹ ਕੇ ਆਪਣੀ ਹੈਸੀਅਤ ਤੋਂ ਵੀ ਵੱਧ ਕੇ ਖਰਚਾ ਕੀਤਾ ਹੈ। ਕੁਝ ਕਮੀ ਰਹਿ ਗਈ ਹੋਵੇਗੀ ਤਾਂ ਇਹਨਾਂ ਹਲਵਾਈਆਂ ਤੇ ਕੈਟਰਸ ਵੱਲੋਂ ਹੋਵੇਗੀ। ਤੁਸੀਂ ਤਾਂ ਆਪਣੇ ਦਿਲ ਦਾ ਟੁਕੜੇ ਨੂੰ ਵਿਦਾ ਕਰ ਰਹੇ ਹੋ। ਤੁਸੀਂ ਪਤਾ ਨਹੀਂ ਕਿੰਨੀਆਂ ਕੁ ਰਾਤਾਂ ਰੋਏ ਹੋਵੋਗੇ, ਮੈਨੂੰ ਨਹੀਂ ਪਤਾ। ਮੇਰੀ ਮਾਂ ਮੇਰੀ ਚਿੰਤਾ ਨਾਲ ਸਾਰੀ ਸਾਰੀ ਰਾਤ ਸੌਂਦੀ ਨਹੀਂ ਸੀ। ਜੋ ਮਾਂ ਮੇਰੇ ਤੋਂ ਬਿਨਾਂ ਇੱਕ ਮਿੰਟ ਵੀ ਨਹੀਂ ਸੀ ਰਹਿ ਸਕਦੀ, ਉਹ ਅੱਜ ਆਪਣੀ ਧੀ ਨੂੰ ਬਗਾਨੇ ਘਰ ਤੋਰਨ ਜਾ ਰਹੀ ਸੀ। ਤੇ ਤੁਸੀਂ ਲੋਕ ਮੈਨੂੰ ਵਿਆਹੁਣ ਆਏ ਹੋ ਕਿ ਵਿਆਹ ਵਿੱਚ ਬਣੇ ਖਾਣੇ ਦੀਆਂ ਕਮੀਆਂ ਕੱਢਣ ਆਏ ਹੋ? ਪਾਪਾ, ਤੁਸੀਂ ਮੇਰੇ ਵਿਆਹ ਵਿੱਚ ਕੋਈ ਕਮੀ ਨਾ ਰਹਿਣ ਦਿੱਤੀ, ਇਹ ਗੱਲ ਇਹਨਾਂ ਦੀ ਸਮਝ ਵਿੱਚ ਨਹੀਂ ਆਏਗੀ, ਕਿਉਂਕਿ ਇਹ ਲੋਕ ਤਾਂ ਤਮਾਸ਼ਾ ਦੇਖਣ ਆਏ ਹਨ। ਮੈਨੂੰ ਤਾਂ ਇਹ ਲੱਗਦਾ ਹੈ ਕਿ ਇਹਨਾਂ ਦੀਆਂ ਧੀਆਂ ਹੀ ਨਹੀਂ ਹਨ, ਤਾਂ ਹੀ ਦੂਸਰਿਆਂ ਦੇ ਘਰ ਆ ਕੇ ਬਦਨਾਮੀ ਕਰਦੇ ਹਨ ਕਿ ਖਾਣਾ ਚੰਗਾ ਨਹੀਂ ਹੈ। ਰਾਹੁਲ ਦੇ ਪਿਓ ਨੇ ਪੂਜਾ ਦੇ ਸਿਰ ਤੇ ਹੱਥ ਰੱਖਦੇ ਹੋਏ ਕਿਹਾ, ਬੇਟਾ, ਕਿਉਂ ਰਾਈ ਦਾ ਪਹਾੜ ਬਣਾ ਰਹੀ ਹੈ? ਮੈਨੂੰ ਤੇਰੇ ਤੇ ਮਾਣ ਹੈ ਕਿ ਤੂੰ ਮੇਰੀ ਬੇਟੀ ਹੈ, ਲੇਕਿਨ ਬੇਟਾ ਇਹਨਾਂ ਨੂੰ ਮਾਫ਼ ਕਰ ਦੇ, ਤੈਨੂੰ ਮੇਰੀ ਸਹੁੰ। ਚੁੱਪ ਹੋ ਜਾ। ਉਦੋਂ ਦੀ ਰਾਹੁਲ ਦਾ ਪਿਓ ਪੂਜਾ ਦੇ ਪਿਓ ਦਾ ਹੱਥ ਫੜ ਲੈਂਦਾ ਹੈ ਤੇ ਕਹਿੰਦਾ ਹੈ, ਮੈਨੂੰ ਮਾਫ਼ ਕਰ ਦਿਓ ਸਰਦਾਰ ਜੀ, ਮੇਰੇ ਕੋਲੋਂ ਬਹੁਤ ਵੱਡੀ ਗਲਤੀ ਹੋ ਗਈ ਹੈ। ਇਹ ਕਹਿੰਦੇ ਹੋਏ ਉਸ ਦਾ ਗਲਾ ਭਰ ਆਇਆ ਤੇ ਉਹ ਰੋ ਪਿਆ। ਉਦੋਂ ਹੀ ਰਾਹੁਲ ਦੇ ਪਿਓ ਨੇ ਅੱਗੇ ਹੋ ਕੇ ਪੂਜਾ ਦੇ ਸਿਰ ਤੇ ਹੱਥ ਰੱਖਿਆ। ਮੈਂ ਤਾਂ ਨੂੰਹ ਲੈਣ ਆਇਆ ਸੀ, ਪਰ ਪਰਮਾਤਮਾ ਮੇਰੇ ਤੇ ਬਹੁਤ ਹੀ ਮਿਹਰਬਾਨ ਹੋਇਆ ਹੈ। ਉਸਨੇ ਮੈਨੂੰ ਧੀ ਦੇ ਦਿੱਤੀ ਹੈ, ਧੀ ਦੀ ਅਹਿਮੀਅਤ ਵੀ ਸਮਝਾ ਦਿੱਤੀ ਹੈ। ਮੈਨੂੰ ਪਰਮਾਤਮਾ ਨੇ ਧੀ ਤਾਂ ਨਹੀਂ ਦਿੱਤੀ, ਪਰ ਸ਼ਾਇਦ ਇਸੇ ਲਈ ਤੇਰੇ ਜਿਹੀ ਧੀ ਮੇਰੇ ਨਸੀਬ ਵਿੱਚ ਸੀ। ਹੁਣ ਮੇਰੀ ਧੀ ਬਣ ਕੇ ਇਹਨਾਂ ਨਲਾਇਕਾਂ ਨੂੰ ਮਾਫ਼ ਕਰ ਦੇ। ਮੈਂ ਤੇਰੇ ਅੱਗੇ ਹੱਥ ਜੋੜਦਾ ਹਾਂ, ਮੇਰੀ ਧੀਏ, ਹੁਣ ਆਪਣੇ ਘਰ ਚੱਲ। ਰਾਹੁਲ ਦੇ ਪਿਓ ਨੇ ਸੱਚਮੁੱਚ ਹੀ ਹੱਥ ਜੋੜ ਦਿੱਤੇ ਤੇ ਪੂਜਾ ਦੇ ਅੱਗੇ ਸਿਰ ਝੁਕਾ ਕੇ ਖੜ ਗਿਆ। ਪੂਜਾ ਨੇ ਆਪਣੇ ਸਹੁਰੇ ਦਾ ਹੱਥ ਫੜ ਕੇ ਕਿਹਾ ਤੇ ਪੂਜਾ ਗਲੇ ਲੱਗ ਗਈ ਤੇ ਰੋਣ ਲੱਗੀ। ਫਿਰ ਰਾਹੁਲ ਦੇ ਪਿਓ ਨੇ ਕਿਹਾ, ਮੈਨੂੰ ਵੀ ਆਪਣਾ ਪਿਓ ਹੀ ਸਮਝ ਧੀਏ। ਪੂਜਾ ਵੀ ਥੋੜ੍ਹੀ ਭਾਵੁਕ ਹੋ ਗਈ। ਉੱਥੇ ਖੜੇ ਸਾਰੇ ਬਰਾਤੀ ਵੀ ਪੂਜਾ ਦੀਆਂ ਗੱਲਾਂ ਸੁਣ ਕੇ ਭਾਵੁਕ ਹੋ ਗਏ। ਰਾਹੁਲ ਦਾ ਪਿਓ ਇਹੋ ਜਿਹੀ ਧੀ ਪਾ ਕੇ ਬਹੁਤ ਖੁਸ਼ ਸੀ। ਪੂਜਾ ਹੁਣ ਰਾਜੀ ਖੁਸ਼ੀ ਆਪਣੇ ਸਹੁਰੇ ਘਰ ਨੂੰ ਰਵਾਨਾ ਹੋ ਗਈ। ਪਿੱਛੇ ਛੱਡ ਗਈ ਸੀ ਅੱਥਰੂਆਂ ਨਾਲ ਭਿੱਜੀ ਹੋਈ ਆਪਣੀ ਮਾਂ ਤੇ ਆਪਣੇ ਪਿਓ ਦੀਆਂ ਅੱਖਾਂ। ਆਪਣੇ ਬਾਬਲ ਦਾ ਵਿਹੜਾ ਜਿੱਥੇ ਉਹ ਚਹਿਕਦੀ ਹੁੰਦੀ ਸੀ, ਅੱਜ ਤੋਂ ਉਸ ਵਿਹੜੇ ਦੀ ਰੌਣਕ ਹੀ ਉੱਡ ਗਈ ਸੀ ਤੇ ਕਿਤੇ ਦੂਰ ਦਰਖਤ ਤੇ ਜਾ ਕੇ ਆਪਣਾ ਆਲ੍ਹਣਾ ਬਣਾਵੇਗੀ। ਇੱਥੇ ਇਹ ਗੱਲ ਸੋਚਣ ਵਾਲੀ ਹੈ ਕਿ ਕਿਸੇ ਨੇ ਕਿਹਾ ਹੈ, ਧੀਆਂ ਤਾਂ ਪਰਾਇਆ ਧਨ ਹੁੰਦੀਆਂ ਹਨ। ਧੀਆਂ ਮਾਂ-ਬਾਪ ਲਈ ਅਨਮੋਲ ਹੁੰਦੀਆਂ ਹਨ, ਪਰਾਇਆ ਧਨ ਨਹੀਂ। ਕਦੇ ਅਸੀਂ ਵੀ ਕਿਸੇ ਵਿਆਹ ਵਿੱਚ ਜਾਈਏ ਤਾਂ ਧਿਆਨ ਰੱਖੀਏ ਕਿ ਵਿਆਹ ਦਾ ਖਾਣਾ ਬਣਾਉਣ ਵਿੱਚ ਇੱਕ ਪਿਓ ਦਾ ਕਿੰਨਾ ਕੁਝ ਲੱਗ ਜਾਂਦਾ ਹੈ। ਆਪਣਾ ਵਿਹੜਾ ਸੁੰਨਾ ਕਰਕੇ ਉਹ ਕਿਸੇ ਦੂਸਰੇ ਦੇ ਘਰ ਦੇ ਵਿਹੜੇ ਨੂੰ ਮਹਿਕਾ ਦਿੰਦਾ ਹੈ। ਇਹ ਕੋਈ ਛੋਟੀ ਗੱਲ ਨਹੀਂ ਕਿ ਅਸੀਂ ਖਾਣੇ ਵਿੱਚ ਕਮੀਆਂ ਕੱਢੀਏ। ਇਹ ਗੱਲ ਚੰਗੀ ਨਹੀਂ ਹੈ। ਧੀ ਦੇ ਵਿਆਹ 'ਤੇ ਬਣਨ ਵਾਲੇ ਪਕਵਾਨ ਲਈ ਇੱਕ ਪਿਓ ਦੀ ਸਾਰੀ ਉਮਰ ਲੰਘ ਜਾਂਦੀ ਹੈ। ਧੰਨਵਾਦ।